ਪ੍ਰਿਥਵੀਰਾਜ ਚੌਹਾਨ ਭਾਰਤੀ ਇਤਿਹਾਸ ਵਿੱਚ ਇੱਕ ਬਹੁਤ ਹੀ ਅਭੁੱਲ ਨਾਮ ਹੈ। ਚੌਹਾਨ ਖਾਨਦਾਨ ਦੇ ਵਿੱਚ ਪੈਦਾ ਹੋਇਆ ਪ੍ਰਿਥਵੀਰਾਜ ਆਖਰੀ ਹਿੰਦੂ ਸ਼ਾਸਕ ਸੀ। ਸਿਰਫ 11 ਸਾਲ ਦੀ ਉਮਰ ਦੇ ਵਿੱਚ ਉਸਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਦਿੱਲੀ ਅਤੇ ਅਜਮੇਰ ਦੀ ਹਕੂਮਤ ਸੰਭਾਲ ਲਈ ਸੀ ਅਤੇ ਇਸ ਨੂੰ ਕਈ ਸਰਹੱਦਾਂ ਤੱਕ ਫੈਲਾ ਵੀ ਦਿੱਤਾ ਸੀ। ਪਰ ਅੰਤ ਵਿੱਚ ਉਹ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਅਤੇ ਆਪਣੀ ਰਿਆਸਤ ਨੂੰ ਗਵਾ ਬੈਠਾ। ਪਰ ਉਸ ਦੀ ਹਾਰ ਤੋਂ ਬਾਅਦ ਕੋਈ ਹਿੰਦੂ ਹਾਕਿਮ ਉਹਨਾਂ ਦੀ ਕਮੀ ਨੂੰ ਮੁਕੰਮਲ ਨਹੀਂ ਕਰ ਸਕਿਆ। ਪ੍ਰਿਥਵੀਰਾਜ ਨੂੰ ਰਾਏ ਪਿਥੌਰਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸੀ। ਪ੍ਰਿਥਵੀਰਾਜ ਚੌਹਾਨ ਬਚਪਨ ਤੋਂ ਹੀ ਇੱਕ ਨਿਪੁੰਨ ਯੋਧਾ ਸੀ। ਉਸਨੇ ਯੁੱਧ ਦੇ ਬਹੁਤ ਸਾਰੇ ਗੁਣ ਸਿੱਖੇ ਹੋਏ ਸਨ। ਆਪ ਜੀ ਨੇ ਬਚਪਨ ਤੋਂ ਹੀ ਸ਼ਬਦੇਦੀ ਤੀਰ ਵਿਦਿਆ ਦਾ ਅਭਿਆਸ ਕੀਤਾ ਸੀ। ਪ੍ਰਿਥਵੀਰਾਜ ਚੌਹਾਨ ਦੇ ਜੀਵਨ ਦੇ ਉੱਪਰ ਆਧਾਰਿਤ ਇੱਕ ਫਿਲਮ ਵੀ ਪਰਦੇ ਦੇ ਉੱਪਰ ਆ ਰਹੀ ਹੈ, ਜਿਸ ਦੇ ਵਿੱਚ ਅਕਸ਼ੇ ਕੁਮਾਰ ਖਾਸ ਭੂਮਿਕਾ ਦੇ ਵਿੱਚ ਨਜ਼ਰ ਆਉਣ ਜਾ ਰਹੇ ਨੇ। ਖੈਰ, ਇਸ ਦੇ ਨਾਲ ਦੀ ਨਾਲ ਤੁਹਾਨੂੰ ਖਾਸ ਤੌਰ ਤੇ ਪਹਿਲਾਂ ਦੱਸਦੇ ਹਾਂ ਕਿ ਪ੍ਰਿਥਵੀਰਾਜ ਚੌਹਾਨ ਦੀ ਜ਼ਿੰਦਗੀ ਆਖਿਰ ਕੀ ਸੀ ਅਤੇ ਕਿਉਂ ਉਹ ਇੰਨੇ ਜ਼ਿਆਦਾ ਮਹਾਨ ਇਨਸਾਨ ਦੇ ਤੌਰ ਤੇ ਜਾਣੇ ਜਾਂਦੇ ਨੇ। ਧਰਤੀ ਦੇ ਮਹਾਨ ਸ਼ਾਸਕ ਪ੍ਰਿਥਵੀਰਾਜ ਚੌਹਾਨ ਦਾ ਜਨਮ 1149 ਈਸਵੀ ਨੂੰ ਅਜਮੇਰ ਦੇ ਮਹਾਰਾਜਾ ਸੋਮੇਸ਼ਵਰ ਅਤੇ ਕਪੂਰੀ ਦੇਵੀ ਦੇ ਘਰ ਹੋਇਆ। ਪ੍ਰਿਥਵੀਰਾਜ ਦਾ ਜਨਮ ਆਪਣੇ ਮਾਤਾ-ਪਿਤਾ ਦੇ ਵਿਆਹ ਤੋਂ 12 ਸਾਲ ਬਾਅਦ ਹੋਇਆ ਸੀ ਅਤੇ ਇਹ ਗੱਲ ਸੂਬੇ ਦੇ ਵਿੱਚ ਖਲਬਲੀ ਦਾ ਕਾਰਨ ਲਗਾਤਾਰ ਬਣੀ ਵੀ ਹੋਈ ਸੀ। ਇਸ ਤੋਂ ਇਲਾਵਾ ਉਹਨਾਂ ਦੇ ਜਨਮ ਦੇ ਸਮੇਂ ਤੋਂ ਹੀ ਸੂਬੇ ਦੇ ਵਿੱਚ ਉਹਨਾਂ ਨੂੰ ਮਾਰਨ ਦੇ ਬਾਰੇ ਵਿੱਚ ਸਾਜ਼ਿਸ਼ਾਂ ਲਗਾਤਾਰ ਰਚੀਆਂ ਜਾ ਰਹੀਆਂ ਸਨ, ਪਰੰਤੂ ਉਹ ਕਦੇ ਵੀ ਕਿਸੇ ਦੇ ਹੱਥ ਨਾ ਆਏ। 11 ਸਾਲ ਦੀ ਉਮਰ ਦੇ ਵਿੱਚ ਪ੍ਰਿਥਵੀਰਾਜ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਇਸ ਦੇ ਬਾਵਜੂਦ ਉਸਨੇ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾਇਆ ਅਤੇ ਦੂਸਰੇ ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਤਾਰ ਕਰਨਾ ਜਾਰੀ ਰੱਖਿਆ। ਪ੍ਰਿਥਵੀਰਾਜ ਦਾ ਬਚਪਨ ਦਾ ਦੋਸਤ ਚੰਦਰਬਰਦਾਈ ਉਸ ਲਈ ਕਿਸੇ ਭਰਾ ਤੋਂ ਘੱਟ ਨਹੀਂ ਸੀ। ਚੰਦਰਬਰਦਾਈ ਤੋਮਰ ਵੰਸ਼ ਦੇ ਸ਼ਾਸਕ ਅਨੰਗਪਾਲ ਦੀ ਧੀ ਦਾ ਪੁੱਤਰ ਸੀ। ਚੰਦਰਬਰਦਾਈ ਬਾਅਦ ਦੇ ਵਿੱਚ ਦਿੱਲੀ ਦਾ ਸ਼ਾਸਕ ਵੀ ਬਣਿਆ ਅਤੇ ਉਸਨੇ ਪ੍ਰਿਥਵੀਰਾਜ ਚੌਹਾਨ ਦੀ ਸਹਾਇਤਾ ਦੇ ਨਾਲ ਪਿਥੌਰਗੜ੍ਹ ਦਾ ਨਿਰਮਾਣ ਵੀ ਕਰਵਾਇਆ, ਜੋ ਕਿ ਪੁਰਾਣੇ ਕਿਲੇ ਦੇ ਨਾਮ ਦੇ ਨਾਲ ਅੱਜ ਵੀ ਦਿੱਲੀ ਦੇ ਵਿੱਚ ਮੌਜੂਦ ਹੈ। ਤੁਹਾਨੂੰ ਦੱਸ ਦਈਏ ਕਿ ਅਜਮੇਰ ਦੀ ਮਹਾਰਾਣੀ ਯਾਨੀ ਕਿ ਪ੍ਰਿਥਵੀਰਾਜ ਦੀ ਮਾਤਾ ਕਪੂਰੀ ਦੇਵੀ ਆਪਣੇ ਪਿਤਾ ਅੰਗਪਾਲ ਦੀ ਇਕਲੌਤੀ ਔਲਾਦ ਸੀ। ਇਸ ਲਈ ਉਸ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦਾ ਰਾਜ ਭਾਗ ਕੌਣ ਸੰਭਾਲੇਗਾ। ਉਸਨੇ ਆਪਣੀ ਧੀ ਅਤੇ ਜਮਾਈ ਦੇ ਸਾਹਮਣੇ ਆਪਣੇ ਦੋਤੇ ਨੂੰ ਆਪਣਾ ਉੱਤਰਾਧਿਕਾਰੀ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਦੋਵਾਂ ਦੀ ਸਹਿਮਤੀ ਤੋਂ ਬਾਅਦ ਯੁਵਰਾਜ ਪ੍ਰਿਥਵੀਰਾਜ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕਰ ਦਿੱਤਾ। 1166 ਦੇ ਵਿੱਚ ਮਹਾਰਾਜਾ ਅੰਗਪਾਲ ਦੀ ਮੌਤ ਤੋਂ ਬਾਅਦ ਪ੍ਰਿਥਵੀਰਾਜ ਚੌਹਾਨ ਦਾ ਦਿੱਲੀ ਦੇ ਤਖਤ ਲਈ ਤਾਜਪੋਸ਼ੀ ਸਮਾਗਮ ਵੀ ਕੀਤਾ ਗਿਆ ਅਤੇ ਉਸ ਨੂੰ ਦਿੱਲੀ ਦੀ ਵਾਂਗਡੋਰ ਸੰਭਾਲ ਦਿੱਤੀ ਗਈ। ਪਰੰਤੂ ਇਸ ਸਭ ਦੇ ਦਰਮਿਆਨ ਪ੍ਰਿਥਵੀਰਾਜ ਚੌਹਾਨ ਅਤੇ ਸੰਯੋਗਤਾ ਦੀ ਕਹਾਣੀ ਕਾਫੀ ਜ਼ਿਆਦਾ ਮਸ਼ਹੂਰ ਹੈ। ਪ੍ਰਿਥਵੀਰਾਜ ਚੌਹਾਨ ਅਤੇ ਉਸ ਦੀ ਰਾਣੀ ਸੰਯੋਗਤਾ ਦਾ ਪਿਆਰ ਰਾਜਸਥਾਨ ਦੇ ਇਤਿਹਾਸ ਦੇ ਵਿੱਚ ਅਜੇ ਵੀ ਅਭੁੱਲ ਯਾਦ ਹੈ। ਦੋਵੇਂ ਇੱਕ ਦੂਸਰੇ ਦੇ ਪਿਆਰ ਦੇ ਵਿੱਚ ਬਿਨਾਂ ਤਸਵੀਰ ਵੇਖ ਕੇ ਮਸਤ ਹੋ ਗਏ ਸੀ। ਪਰ ਦੂਸਰੇ ਪਾਸੇ ਸੰਯੋਗਤਾ ਦੇ ਪਿਤਾ ਜੈਚੰਦਰ ਨੂੰ ਪ੍ਰਿਥਵੀਰਾਜ ਦੇ ਨਾਲ ਈਰਖਾ ਸੀ। ਇਸ ਲਈ ਪ੍ਰਿਥਵੀਰਾਜ ਚੌਹਾਨ ਦੇ ਨਾਲ ਉਸ ਦੀ ਬੇਟੀ ਦੇ ਵਿਆਹ ਬਾਰੇ ਸੋਚਣਾ ਬੜੀ ਦੂਰ ਦੀ ਗੱਲ ਲੱਗ ਰਹੀ ਸੀ। ਖੈਰ, ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜੈਚੰਦਰ ਕੇਵਲ ਪ੍ਰਿਥਵੀਰਾਜ ਚੌਹਾਨ ਨੂੰ ਜ਼ਲੀਲ ਕਰਨ ਦਾ ਮੌਕਾ ਲੱਭਦਾ ਰਿਹਾ ਅਤੇ ਉਸ ਨੂੰ ਇਹ ਮੌਕਾ ਆਪਣੀ ਧੀ ਦੇ ਸਵੈਂਵਰ ਦੇ ਮੌਕੇ ਤੇ ਮਿਲਿਆ। ਰਾਜਾ ਜੈਚੰਦਰ ਨੇ ਆਪਣੀ ਧੀ ਸੰਯੋਗਤਾ ਦੇ ਸਵੈਂਵਰ ਦਾ ਆਯੋਜਨ ਕੀਤਾ। ਇਸ ਦੇ ਲਈ ਉਸਨੇ ਪ੍ਰਿਥਵੀਰਾਜ ਚੌਹਾਨ ਨੂੰ ਛੱਡ ਕੇ ਸਾਰੇ ਦੇਸ਼ ਦੇ ਰਾਜਿਆਂ ਨੂੰ ਬੁਲਾਇਆ। ਪ੍ਰਿਥਵੀਰਾਜ ਨੂੰ ਜ਼ਲੀਲ ਕਰਨ ਦੇ ਲਈ ਉਸਨੇ ਦਰਬਾਨ ਦੀ ਥਾਂ ਤੇ ਪ੍ਰਿਥਵੀਰਾਜ ਦੀ ਮੂਰਤੀ ਨੂੰ ਰੱਖ ਦਿੱਤਾ। ਪਰ ਇਸ ਸਵੈਂਵਰ ਦੇ ਵਿੱਚ ਪ੍ਰਿਥਵੀਰਾਜ ਨੇ ਸੰਯੋਗਤਾ ਦੀ ਇੱਛਾ ਦੇ ਮੁਤਾਬਿਕ ਭਰੇ ਦਰਬਾਰ ਦੇ ਵਿੱਚ ਉਸ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਆਪਣੇ ਰਾਜ ਦੇ ਵਿੱਚ ਲੈ ਆਇਆ ਅਤੇ ਦਿੱਲੀ ਪਹੁੰਚ ਕੇ ਦੋਵਾਂ ਦਾ ਪੂਰੇ ਧੂਮ-ਧਾਮ ਦੇ ਨਾਲ ਵਿਆਹ ਹੋਇਆ। ਪਰ ਦੂਸਰੇ ਪਾਸੇ ਇਸ ਘਟਨਾ ਤੋਂ ਬਾਅਦ ਰਾਜਾ ਜੈਚੰਦ ਅਤੇ ਪ੍ਰਿਥਵੀਰਾਜ ਦੀ ਦੁਸ਼ਮਣੀ ਦੇ ਵਿੱਚ ਹੋਰ ਜ਼ਿਆਦਾ ਇਜ਼ਾਫਾ ਹੋ ਗਿਆ। ਅਤੇ ਹੁਣ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਪ੍ਰਿਥਵੀਰਾਜ ਚੌਹਾਨ ਫਿਲਮ ਆ ਰਹੀ ਹੈ ਅਤੇ ਇਸ ਫਿਲਮ ਦੇ ਬਾਰੇ ਵਿੱਚ ਚਰਚਾਵਾਂ ਚਾਰੋਂ ਪਾਸੇ ਛਿੜੀਆਂ ਹੋਈਆਂ ਨੇ। ਇਹ ਫਿਲਮ ਇੱਕ ਵੱਡੇ ਬਜਟ ਦੀ ਫਿਲਮ ਹੈ ਜਿਸ ਵਿੱਚ ਪ੍ਰਿਥਵੀਰਾਜ ਚੌਹਾਨ ਦੀ ਜ਼ਿੰਦਗੀ ਦੀ ਕਹਾਣੀ ਦੱਸੀ ਗਈ ਹੈ। ਇਸ ਫਿਲਮ ਦੇ ਵਿੱਚ ਅਕਸ਼ੇ ਕੁਮਾਰ ਪ੍ਰਿਥਵੀਰਾਜ ਚੌਹਾਨ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ। ਇਸ ਫਿਲਮ 'ਚ ਅਕਸ਼ੇ ਕੁਮਾਰ ਤੋਂ ਇਲਾਵਾ ਮਿਸ ਵਰਲਡ ਮਾਨੁਸ਼ੀ ਛਿੱਲਰ, ਸੰਜੇ ਦੱਤ ਅਤੇ ਸੋਨੂ ਸੂਦ ਵੀ ਨਜ਼ਰ ਆਉਣ ਵਾਲੇ ਨੇ। ਮਾਨੁਸ਼ੀ ਛਿੱਲਰ ਸੰਯੋਗਤਾ, ਸੋਨੂ ਸੂਦ ਚੰਦਰਬਰਦਾਈ ਅਤੇ ਸੰਜੇ ਦੱਤ ਕਾਕਾ ਕਾਨਾ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ। ਕਾਕਾ ਕਾਨਾ ਪ੍ਰਿਥਵੀਰਾਜ ਚੌਹਾਨ ਦਾ ਚਾਚਾ ਸੀ। ਇਸ ਫਿਲਮ ਦਾ ਟ੍ਰੇਲਰ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਰਿਲੀਜ਼ ਹੋਇਆ ਸੀ ਅਤੇ ਉਸ ਸਮੇਂ ਇਸ ਫਿਲਮ ਦੀ ਰਿਲੀਜ਼ ਡੇਟ 21 ਜਨਵਰੀ ਐਲਾਨੀ ਗਈ ਸੀ। ਇਸ ਤੋਂ ਬਾਅਦ
ਬੋਰਡ ਨੇ ਇਸ ਫਿਲਮ ਦੀ ਰਿਲੀਜ਼ ਡੇਟ ਬਦਲ ਕੇ 1 ਅਪ੍ਰੈਲ ਕਰ ਦਿੱਤੀ ਸੀ ਅਤੇ ਹੁਣ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਇਹ ਫਿਲਮ ਹੁਣ 1 ਅਪ੍ਰੈਲ ਨੂੰ ਵੀ ਰਿਲੀਜ਼ ਨਹੀਂ ਹੋਵੇਗੀ, ਕਿਉਂਕਿ ਆਖਿਰਕਾਰ ਮੇਕਰਸ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 3 ਜੂਨ 2022 ਨੂੰ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, 3 ਜੂਨ 2022 ਨੂੰ ਇਹ ਫਿਲਮ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਲੋਕਾਂ ਦੇ ਵੱਲੋਂ ਇਸ ਫਿਲਮ ਨੂੰ ਦੇਖਣ ਦੇ ਵਾਸਤੇ ਕਾਫੀ ਜ਼ਿਆਦਾ ਗਰਮਜੋਸ਼ੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਇਹ ਫਿਲਮ ਆਵੇ ਅਤੇ ਕਦੋਂ ਅਸੀਂ ਜਾ ਕੇ ਇਸ ਫਿਲਮ ਦਾ ਆਨੰਦ ਮਾਣੀਏ। ਤਾਂ ਖੈਰ, ਇਸ ਫਿਲਮ ਦੇ ਬਾਰੇ ਵਿੱਚ ਤੁਸੀਂ ਕੀ ਸੋਚਦੇ ਹੋ ਅਤੇ ਪ੍ਰਿਥਵੀ ਰਾਜ ਚੌਹਾਨ ਦੇ ਬਾਰੇ ਵਿੱਚ ਜੇਕਰ ਤੁਸੀਂ ਵੀ ਕੋਈ ਖਾਸ ਗੱਲਬਾਤ ਜਾਣਦੇ ਹੋ ਤਾਂ ਉਸ ਦੇ ਬਾਰੇ 'ਚ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਸਾਡੇ ਨਾਲ ਆਪਣੀ ਰਾਏ ਸਾਂਝੀ ਕਰਨਾ ਜਾਂ ਫਿਰ ਆਪਣੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਨਾਲ ਲਵਰੇਜ਼ ਕਰਨਾ ਬਿਲਕੁਲ ਵੀ ਨਾ ਭੁੱਲਣਾ। ਬਿਊਰੋ ਰਿਪੋਰਟ, ਚੜ੍ਹਦੀ ਕਲਾ ਟਾਈਮ TV।